सतनाम श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। सतगुर आयो शरण तिहारी मिलै सुख नाम अरसुबा। चिंता लाहे हमारी तुम्हारी शरण तुम्हारी आसा। तुम ही सज्जन सुहेले राखो राखण हार दयाला। नानक घर के गोले ज्यों बुलावै त्यों बोलै स्वामी। कुदरत कवण हमारी साध संगत नानक जस गायो। जो प्रभु की अत प्यारी जुगो जुग अटल तखत चवर छत्र दे मालक। समुची मानवता दे सांझे रहबर गुरता गद्दी ते सुभाईमान। बाणी के बोहिथ दस गुरु सहबान दी पावन जोत। शब्द गुरु धन साहिब श्री गुरु ग्रंथ साहिब जी महाराज जियां दी पावन पवित्र हजूरी दे अंदर अमृत वेले दियां हाजरियां लवा रही गुरु रूप गुरु प्यारी गुरु सवारी खालसा साध संगत जी। बड़भागी हाँ सतगुरां दे दर्शन करन दा चरण परसन दा इस भागा समा प्राप्त होया है। सो आओ इस सुभागे समय का लाहा प्राप्त करिए। वध तो वध संगतां गुरुद्वारा साहिब विखे गुरु साहब की पावन हजूरी विच बैठ के उस अकाल पुरख की सिफत सलाह दे गुण गाइए। आओ अकथ की कथा नूं कथन करन दी कोशिश करिए तां जो ये जीवन है जिहड़ा जिसनूं भाई गुरदास जी ने कहा कि 84 लख जूनां दे विचों उत्तम जून जिहड़ी है मनुख नूं मिली हुई है। सो ये समा है कि जिहड़ी उत्तम दे मिली है जिस मनोरथ के लिए मिली है उसका भाव समझण का यतन करिए। ते उस जीवन नूं जिस करते ने ये जीवन दिता है उस जीवन नूं गुरु के कोल बैठ के सच्चा ज्ञान श्रवण करके सफला करने का यतन करिए। सो अज की दीवान दे विच विचारां की साह शुरू करन तो पहला
ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰੀਏ। ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਦੇ ਵਿੱਚ ਦੁਨੀਆ ਦੇ ਵਿੱਚ ਅਗਿਆਨਤਾ ਦੇ ਕਾਰਨ ਫੈਲੇ ਹੋਏ ਕਰਮ ਕਾਂਡਾਂ ਦੇ ਬਾਰੇ ਆਪਾਂ ਵਿਚਾਰ ਕਰ ਰਹੇ ਸੀ, ਜਿਸ ਦੇ ਵਿੱਚ ਆਪਾਂ ਨੇ ਮੜੀਆਂ ਮਸਾਣਾ ਜਾਂ ਫਿਰ ਸ਼ਰਾਧ ਵਰਤ, ਇਹ ਜਿਹੜੇ ਫੋਕਟ ਕਰਮ ਕਾਂਡ ਨੇ ਜਿਨ੍ਹਾਂ ਦੇ ਨਾਲ ਗੁਰਮਤਿ ਦਾ ਦੂਰੋਂ ਵੀ ਕੋਈ ਨੇੜ ਦਾ ਸੰਬੰਧ ਨਹੀਂ। ਸੋ ਮਨੁੱਖ ਅਗਿਆਨਤਾ ਦੇ ਵਸ ਹੋ ਕਰ ਇਹ ਸਾਰੇ ਜਿਹੜੇ ਕਰਮ ਕਾਂਡ ਹੈ ਉਹ ਕਰਦਾ ਹੈ, ਕਿਉਂਕਿ ਇਸ ਨੂੰ ਅਧੂਰਾ ਗਿਆਨ ਪ੍ਰਾਪਤ ਹੁੰਦਾ ਹੈ ਤੇ ਅਧੂਰਾ ਗਿਆਨ ਹੈ ਜਿਹੜਾ ਉਹ ਜ਼ਹਿਰ ਦੇ ਸਮਾਨ ਹੁੰਦਾ ਹੈ। ਬਾਣੀ ਦਾ ਵਚਨ ਹੈ ਕਿ ਕਰਮ ਧਰਮ ਪਾਖੰਡ ਜੋ ਦਿਸ ਹੈ ਤਿਨ ਜਮ ਜਾਗਾਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਦ ਛੁਟੈ। ਬਾਣੀ ਕਹਿੰਦੀ ਧਰਮ ਦੇ ਨਾਂ ਤੇ ਕਰਮ ਰੂਪੀ ਕੀਤੇ ਹੋਏ ਪਖੰਡ ਨੇ ਜਿਹੜੇ ਤੇਰੇ ਬੰਦਿਆ ਇਹ ਜਮਾਂ ਨੇ ਖੋਹ ਲੈਣੇ ਨੇ। ਜਦ ਤੱਕ ਤੂੰ ਉਸ ਰੱਬ ਸੱਚੇ ਦੀ ਕਚਹਿਰੀ ਤੱਕ ਪਹੁੰਚਣਾ ਹੈ, ਉਸ ਤੋਂ ਪਹਿਲਾਂ ਤੇਰੇ ਹੱਥ ਨੇ ਜਿਹੜੇ ਉਹ ਖਾਲੀ ਕਰ ਦੇਣੇ ਨੇ ਜਮਦੂਤਾਂ ਨੇ। ਇਸ ਲਈ ਕੇਵਲ ਤੇ ਕੇਵਲ ਤੂੰ ਨਿਰਵਾਣ ਕੀਰਤਨ ਕਰ, ਜਿਸ ਦੇ ਨਾਲ ਤੈਨੂੰ ਮੁਕਤੀ ਪ੍ਰਾਪਤ ਹੋਣੀ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਦ ਛੁਟੈ। ਐਸਾ ਕੀਰਤਨ ਕਰ ਜਿਸ ਕੀਰਤਨ ਕਰਨ ਦੇ ਨਾਲ ਤੈਨੂੰ ਮੁਕਤੀ ਪ੍ਰਾਪਤ ਹੋਣੀ ਹੈ। ਉਸ ਦਰਗਾਹ ਦੇ ਵਿੱਚ ਪ੍ਰਵਾਨ ਹੋਵੇਗਾ, ਉਸ ਦਰਗਾਹ ਦੇ ਵਿੱਚ ਤੈਨੂੰ ਮਾਣ ਮਿਲੇਗਾ, ਸਤਿਕਾਰ ਮਿਲੇਗਾ। ਜਦ ਤੂੰ ਇੱਥੋਂ ਸਫਲਾ ਹੋ ਕੇ ਗੁਰੂ ਬਚਨਾਂ ਨੂੰ ਕਮਾ ਕੇ ਉਸ ਦਰਗਾਹ ਦੇ ਵਿੱਚ ਜਦ ਲੇਖਾ ਦੇਵੇਗਾ ਤੇ ਤੈਨੂੰ ਵਾਹ ਮਿਲੇਗੀ। ਕਿਉਂ? ਗੁਰੂ ਦਾ ਬਚਨ ਕਮਾਉਣ ਵਾਲੇ ਨੂੰ, ਗੁਰੂ ਨਾਲ ਜੁੜੇ ਹੋਏ ਨੂੰ, ਜਿਸ ਨੇ ਪਰਮ ਆਨੰਦ ਦੀ ਪ੍ਰਾਪਤੀ ਕੀਤੀ ਹੈ, ਉਸ ਨੂੰ ਉੱਥੇ ਜ਼ਰੂਰ ਸਤਿਕਾਰ ਮਿਲਦਾ ਹੈ, ਪਿਆਰ ਮਿਲਦਾ ਹੈ। ਬੇਸ਼ੱਕ ਇਸ ਅਵਸਥਾ ਨੂੰ ਮੰਨਣਾ ਬਹੁਤ ਔਖਾ ਹੈ ਆਮ ਮਨੁੱਖ ਦੇ ਲਈ। ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਅਭਿਆਸ ਕਰਨਾ ਪੈਂਦਾ ਹੈ। ਅਭਿਆਸ ਕਾਹਦਾ? ਜਿਵੇਂ ਸਤਿਗੁਰੂ ਬਾਣੀ ਦੇ ਵਿੱਚ ਕਹਿੰਦੇ ਨੇ, ਉਸ ਬਾਣੀ ਨੂੰ ਸਮਝ ਕੇ ਉਸ ਦਾ ਪ੍ਰੈਕਟੀਕਲ ਕਰਨਾ ਪੈਂਦਾ ਹੈ। ਨਾਮ ਜਪਣ ਦਾ ਅਭਿਆਸ, ਸਤ ਸੰਗਤ ਵਿੱਚ ਬੈਠ ਕੇ ਅਭਿਆਸ, ਸੇਵਾ ਕਰਨੀ, ਇਹ ਜਿਹੜੇ ਮੁੱਖ ਕੇਂਦਰ ਨੇ ਸਾਡੇ, ਇਹਨਾਂ ਦਾ ਭਰਪੂਰ ਲਾਹਾ ਲੈ ਕੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਕੱਲ ਅਸੀਂ ਸ਼ਰਾਧਾਂ ਬਾਰੇ ਵਿਚਾਰ ਕੀਤੀ ਸੀ ਕਿ ਬੰਦੇ ਨੂੰ ਜਿਉਂਦੇ ਨੂੰ ਕੋਈ ਸਾਰ ਨਹੀਂ ਲੈਂਦਾ। ਮਰੇ ਤੋਂ ਪਿੱਛੋਂ ਉਹਦੀਆਂ ਬਰਸੀਆਂ ਮਨਾਉਂਦੇ ਨੇ, ਸਰਾਧ ਕਰਦੇ ਨੇ। ਜਿਸ ਤਰ੍ਹਾਂ ਬਾਣੀ ਕਹਿੰਦੀ ਹੈ, ਬਿਪਤ ਭਰੀ ਸਭ ਹੀ ਸੰਗ ਛਾਡਤ ਕੋ ਨਾਵਤ ਨੇਰੈ। ਜਿਸ ਵੇਲੇ ਸੁੱਖ ਹੁੰਦਾ ਨਾ, ਉਹਦੇ ਕੋਲ ਧਨ ਪਦਾਰਥ ਹੁੰਦੇ ਨੇ, ਦੁਨੀਆ ਦੀ ਹਰ ਸੁੱਖ ਸ਼ੈ ਹੁੰਦੀ ਹੈ, ਉਸ ਵੇਲੇ ਸੱਜਣ ਮਿੱਤਰ ਬੜਾ ਨੇੜੇ ਹੋ ਪੈਂਦੇ ਨੇ। ਕਿਉਂ? ਪਤਾ ਹੈ ਇਹਦੇ ਕੋਲੋਂ ਖਾਣ ਪੀਣ ਨੂੰ ਮਿਲ ਜਾਣਾ। ਸੁਖ ਮੈਂ ਆਣ ਬਹੁਤ ਮਿਲ ਬੈਠਕ ਰਹਿਤ ਚਾਹੂੰ ਦਿਸ ਘੇਰਾ। ਦਸੇ ਪਾਸੋਂ ਘੇਰੀ ਰੱਖਦੇ ਨੇ ਬੰਦੇ ਨੂੰ, ਪਰ ਜਦੋਂ ਵਿਪਤਾ ਪੈ ਜਾਂਦੀ ਹੈ, ਉਹਦੇ ਉੱਤੇ ਮੁਸੀਬਤ ਆ ਜਾਂਦੀ ਹੈ ਤੇ ਉਹਦੇ ਘਰ ਵਾਲਾ ਰਾਹ ਬਦਲ ਲੈਂਦੇ ਨੇ। ਕਹਿੰਦੇ ਇਹ ਤੇ ਵਿਪਤਾ ਦਾ ਮਾਰਿਆ ਗਿਆ, ਐਵੇਂ ਆਪਾਂ ਨੂੰ ਹੁਣ ਕੋਈ ਵਿਪਤਾ ਨਾ ਪਾ ਦੇਵੇ, ਕਿਤੇ ਮਦਦ ਹੀ ਨਾ ਮੰਗ ਲਵੇ ਕਿ ਮੇਰੀ ਮਦਦ ਕਰੋ। ਇਸੇ ਲਈ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਬੰਦਿਆ, ਇਸ ਜੀਵਨ ਦੇ ਵਿੱਚ ਤੇਰਾ ਕੁਝ ਵੀ ਨਹੀਂ। ਜੋ ਕੁਝ ਤੈਨੂੰ ਦਿੱਤਾ ਹੈ ਉਹ ਸਭ ਉਸ ਪਰਮਾਤਮਾ ਦਾ ਹੈ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ।
किस किस नाल इत्थे दोस्ती करेगा, किस किस नाल इत्थे अपने रिश्ते नाते बनाएगा, क्योंकि इस दुनिया का हर सुख, इस दुनिया की बनी हर शै है जिहड़ी वो नाशवंत है। एक दिन उसने जरूर नष्ट हो जाना है। तो ते जिस तरह खाली हाथ आया सी, इस तरह खाली हाथ ही जाना है। सो रहो विचार, शराधा तो बाद जिहड़ी गल आउंदी है, अगला जिहड़ा कर्मकांड इस दुनिया दे विच वापरदा है साडे जीवन दे विच, वो है वरत। वरत ने जिहड़े ये भी एक सनातन मत दा है, जिस दे पिछे मनोरथ ये हुंदा है कि इस दे नाल जिहड़ी इस्त्री है, उस इस्त्री का जिहड़ा पति है ਉਹਦੀ उम्र है कहते जी भी वो लंबी हो जाती है, वो कष्ट रहत हो जाता है जेकर इस्त्री अपने पति के लिए वर्त रखती है। भैन अपने भरा के लिए वर्त रखदियां ने, कई मावां भी ने जिहड़ियां अपने पुत्रां के लिए वर्त रखदियां ने, पर भुखियां रह के भगती नहीं हो सकती। भगत साहिबान अपनी बाणी के विच कहते हैं, भगत जी कहते अपनी माला पढ़ ला, मैथों भी भुखे तो भगती हो। कहते भुखे भगत ना कीजै, जै माला अपनी लीजै। सो भुखिया रह के कभी परमात्मा नहीं प्राप्त होया। एक अन्न ना खावै देह खपावै, देह नूं साड़ी जाते रहते हैं, अन्न नहीं खाते रहे, अन्न नूं छड्ड के रखते हैं। कहते अन्न छड्डिया परमात्मा नहीं प्राप्त होता, जां सुखां की प्राप्ति नहीं प्राप्त होती। आ बंदिया जे तू वर्त रखना तो बाणी कहती वर्त रख जरूर, पर बुराइयां वाले पासों रख। वर्त रखना किहड़े पासों? अपने मन को साफ कर। वर्त रखना है अपनी सुरत वाले पासे वर्त रख, कि सुरत है जिहड़ी प्रभु चरणों के नाल, अकाल पुरख के नाल ਉਹਦਾ डर ਮੰਨਦਿਆਂ ਹੋਇਆ इस संसार के विचकार विहार करदिਆਂ ਬਤੀਤ ਹੋਵੇ। नाले तू अपने काम धंधे करें ते नाले उस रसना के नाल, सुरत के नाल उस वाहिगुरू का सिमरन करता रहे। ये ना होवे जिन्हां नेत्रां दे बारे सतगुरां की बाणी कहती है कि ये परमेश्वर के दर्शन करने के लिए तैनूं दिते ने, तू इन्हां नेत्रां दे नाल इस दुनिया नूं गंदी निगाह दे नाल तके। तैनूं इन्हां नेत्रां नूं कितना काबू विच रखना चाहिए है। ये वर्त रख, जे तू वर्त रखना है तो अपनियां अखां विच, इसनूं बाणी कहती है अखी सुतक वेखना, पर त्रै पर धन रूप, पराया रूप ना तक। उन्होंने तक के अपने मन की अवस्था जिहड़ी तू वो ना खराब कर। नहीं, तू सिख है, तेरा एक करैक्टर है, तू अपना चरित्र है, तेरा बड़ा उच्चा ते सुच्चा है, तेरा किरदार है। तू समाज के जेकर तेरी पहचान है तो तेरे किरदार करके है, और तेरा किरदार है तेरे गुरु करके है। गुरु ने तेनों जिहड़ा ये पंजकारी बाणा बख्शिया है, जिहड़ी तेनों बाणी बख्शी है, इस बाणी अते बाणे की बदौलत तेरा जिहड़ा किरदार है, उस किरदार का सदका तेरा इस संसार के विच सत्कार हो रहा है। जब असीं 18वीं सदी का इतिहास पढ़ते हैं ना, जिस वक्त सिख जंगलों के विच रहिंदे सी, गुरीला युद्ध नीति अपनाई हुई सी, क्योंकि मुगल शासकों ने तो सौं खाधी हुई सी कि सिख कोई जिउंदा नहीं छड्डना। जेकर किसी को कम बहाने बाहर अंदर जाड़ा में पै जाता ना, तो एक दूजे के कोल अपने परिवार को छड्ड जाया करते सी। इतना भरोसा सी। सिखां दे लई लोग अपने घरां दे दरवाजे खोल देंदे सी कि ये गुरु के सिख ने, इतने ईमानदार ने कि इन्हां दे चरण पिया भी घर पवित्र हो जाते हैं। इतना बड़ा किरदार सी सिख दा। सिख आप तो बड़ी नूं माता ते आप तो छोटी नूं भैण, ये सी सिख दा किरदार। अज भी सिख दे लई इहो किरदार है। सिख अपने जीवन दे विच
इस गल नूं दुरुस्त रखे कि आप तो वड्डी नूं माता का दर्जा ते आप तो छोटी नूं भैण का दर्जा। हाँ, संसार रिश्तिਆਂ के अनुसार जिस दे नाल गुरु अगे अरदास बेनती करके इसका आनंद संस्कार होंदा है, केवल वो इको ही इस संसार के अंदर जिस दे नाल इसका पति ते पत्नी का रिश्ता वजदा है, जो संसार नूं प्रवान है, जो गुरु नूं प्रवान है। पर अज के समय दे विच इतनी नीचता आई क्यों? क्योंकि गुरु दे नालों टुट गया, गुरु की बाणी दे नालों टुट गया, अपने इतिहास दे नालों टुट गया। जिथों सोझी आनी सी, जिथों समझ आनी सी, उस गुरुद्वारे दे नालों तो टुट गया। उस गुरुद्वारे ते आना इहनूं औखा है, क्योंकि सच सुनना बड़ा औखा है, सच नूं सहना बड़ा औखा है। बुरे काम को उठ खलोआ, नाम की बेला पै पैसो। जिस वेले कोई बुरा काम करना होंदा कहंदे उदों भज भज जांदा है, पर जदों नाम जपण दा वेला हुंदा है उस वेले कहंदे इहनूं नींद बड़ी आ जांदी है। संगत करन दा समां हुंदा उस वेले इहनूं नींदर है जिहड़ी वो दब लैंदी है। सो नींदर भी एक माया दा ही अंग है। जब असी सरदार हरी सिंह नलूए का इतिहास पढ़ते हाँ तो कहते हरी सिंह नलूए को भी एक औरत ने आके कहा सी कि मैनू तेरे तो तेरे जिहा पुत्र चाहिए। तो उस गुरु के सिख का किरदार देखो कित्थे सी। वो कहता माता तू ये की कह रही है? कहती मैनू तेरे जिहा पुत्र चाहिए तेरे तो। कहते हरी सिंह नलूए का जवाब देखो, कहता अज तो मैं ही तेरा पुत्र हाँ, तो मैनू अपना पुत्र बना। एक इतना बड़ा जरनैल जिस तो पूरा अफगान डरदा है, जिसकी मौत होने तो बाद भी वैरी छेती उहदे नेड़े नहीं सी लगया, थर थर कंबदा सी। जिस तो इतने उच्चे सुच्चे किरदार गुरु ने सानू बख्शे ने। गजनी के बाजार दे विच टके टके नूं जिहड़े मुगल लोग सीगे वो औरतां नूं चुक के लै जांदे, उत्थे जाके उन्हां नूं बेचदे सी, उन्हां दे तन नूं बेचदे सी। बाबा जस्सा सिंह रामगढ़िया, बाबा जस्सा सिंह आलूवालिया वर्गे सिख जरनैल वो जाते जाके उन्हां मुगलों के कोलों उन्हां औरतां नूं उन्हां धीआं नूं छुड़वा के उन्हां दे घरों घरी भेज देंदे सी। पर जो उस वेले दे हिंदू लोग सी वो ये कहते सी कि ये मुगलों की कैद दे विच रह के आईयां ने, ये भिटियां गईयां, ये भ्रिष्ट हो गईयां, उन्हां नूं घरे नहीं सी वाड़दे। तां ये जिहड़े सिख जरनैल सी जां जिहड़े खालसा पंथ सी, ये उन्हां नूं अपणियां धीआं भैणां मन के उन्हां नूं अपने पंथ दे विच शामिल करके अपने गल दे नाल ला के रखदा सी कि नहीं अज तो तुसीं साडीआं मावां साडीआं भैणां हो। इतना सत्कार दिता खालसे ने औरत। इसलिए कहा ना गुरु नानक साहब ने सब क्यों मंदा आखी है जित जम्मै राजान। पर साडे समाज की सोच नीचता वाली है, उत्थे दी उत्थे ही खड़ी है। अज किसी घर दे विच एक धी हो गई, जे दोबारा धी जम पवे तो सारे रिश्तेदार ते सारे पिंड के लोग आके ना उत्ते दुख जा मनाउण लग जांदे ने, भाई बड़ा माड़ा होया, अगे एक है सी दूजी तो की कराउणा सी। गुरु नानक पातशाह कहंदे सो क्यों मंदा आखी है जित जम्मै राजान। भाई तुसीं उस औरत नूं माड़ा क्यों कहंदे हो जिहदी कुख तो बड़े बड़े राजे, बड़े बड़े धनाड़, बड़े बड़े जरनैल आ जिहड़े जन्म लैंदे ने। हाँ, तू अपने फर्जां तो ना भज, तू उस धी नूं चंगे संस्कार दे, उस धी नूं चंगे गुण दे, उस धी नूं चंगी सिक्ख्या दवा ताकि वो संसार दे विच तेरा नाम है जिहड़ा रोशन कर सके। करदियां भी ने धीआं
ਪੁੱਤ ਕਪੁੱਤ ਬਣ ਜਾਂਦੇ ਨੇ, ਹਿੱਸਾ ਲੈ ਕੇ ਪਾਸੇ ਹੋ ਜਾਂਦੇ ਨੇ। ਮੇਰਾ ਘਰ ਦੇ, ਮੇਰੀ ਜ਼ਮੀਨ ਦੇ ਪ੍ਰਤੀ ਕੁਝ ਨਹੀਂ ਮੰਗਦੀ, ਸੁੱਖ ਮੰਗਦੀ ਹੈ। ਪਰ ਅੱਜ ਕਲਯੁਗ ਨੇ ਐਸਾ ਪ੍ਰਭਾਵ ਪਾਇਆ, ਧੀਆਂ ਵੀ ਬਰਾਬਰ ਮੰਗਣ ਲੱਗ ਪਈਆਂ ਨੇ। ਪਰ ਇਹਦੇ ਲਈ ਜ਼ਿੰਮੇਵਾਰ ਅਸਾਂ। ਸਿੱਖ ਦਾ ਕਿਰਦਾਰ ਇਤਨਾ ਉੱਚਾ ਸੁੱਚਾ। ਗੁਰੂ ਨਾਨਕ ਸਾਹਿਬ ਕਹਿੰਦੇ ਵਰਤ ਰੱਖਣਾ ਹੈ ਤਾਂ ਇਹ ਵਰਤ ਰੱਖ, ਇਹ ਆਪਣੀਆਂ ਅੱਖਾਂ ਦੇ ਨਾਲ ਇਸ ਸੰਸਾਰ ਦੇ ਵਿੱਚ ਛੋਟੇ ਨੂੰ ਪਿਆਰ ਤੇ ਵੱਡੇ ਨੂੰ ਸਤਿਕਾਰ ਦੇ। ਆ ਸੋਸ਼ਲ ਮੀਡੀਆ ਦੇ ਉੱਪਰ ਦੇਖੋ ਕੀ ਕੁਝ ਹੈ। ਵਰਤ ਰੱਖਣਾ ਹੈ ਤੇ ਕੰਨਾਂ ਵਾਲੇ ਪਾਸੇ ਰੱਖ। ਕੀ ਵਰਤ ਰੱਖਣਾ ਹੈ? ਇਹ ਸਰਵਣ ਨੂੰ ਮੇਰਿਓ ਸੱਚ ਸੁਣਨਾ ਨੂੰ ਪਠਾਏ, ਸੱਚ ਸੁਣਨਾ ਨੂੰ ਪਠਾਏ। ਸ੍ਰੀ ਰਲਾਏ ਸੁਣੋ ਸਤ ਬਾਣੀ, ਜਿਤ ਸੁਣਿਆ ਤਨ ਮਨ ਹਰਿਆ ਹੋਇਆ। ਤਨ ਮਨ ਹਰਾ ਭਰਾ ਹੋ ਜਾਂਦਾ ਐਸੀ ਸੱਚ ਦੀ ਬਾਣੀ ਸੁਣੀ। ਇਹਨਾਂ ਕੰਨਾਂ ਦੇ ਨਾਲ, ਇਹਨਾਂ ਕੰਨਾਂ ਦੇ ਨਾਲ ਚੰਗੇ ਬੋਲ ਸੁਣ। ਪਰ ਅਸੀਂ ਵੇਖਦੇ ਹਾਂ ਘਰਾਂ ਦੇ ਵਿੱਚ ਟੈਲੀਵਿਜ਼ਨ ਚੱਲਦੇ ਨੇ, ਉਹਨਾਂ ਦੇ ਉੱਪਰ ਗਾਣੇ ਚੱਲਦੇ ਨੇ, ਫਿਲਮਾਂ ਚੱਲਦੀਆਂ ਨੇ, ਟਰੈਕਟਰ ਟਰਾਲੀਆਂ ਨੇ, ਬੱਸਾਂ ਨੇ, ਕਾਰਾਂ ਗੱਡੀਆਂ ਨੇ, ਉਹਨਾਂ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਗੰਦ ਹੀ ਚੱਲਦਾ ਹੁੰਦਾ ਹੈ, ਜਿਸ ਦੇ ਵਿੱਚ ਮਾਰ ਧਾੜ, ਖੂਨ ਖਰਾਬਾ, ਕਾਮ ਬਾਸ਼ਨਾ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ। ਜਦੋਂ ਬੱਚੇ ਇਹੋ ਜਿਹਾ ਕੁਝ ਵੇਖਣਗੇ ਤਾਂ ਉਹਨਾਂ ਦੀ ਮਾਨਸਿਕਤਾ ਵੀ ਉਹੋ ਜਿਹੀ ਹੋ ਜਾਣੀ ਹੈ ਤੇ ਸਮਾਜ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਹੋਵੇਗਾ ਹੀ। ਇਸ ਲਈ ਇਹਨਾਂ ਕੰਨਾਂ ਦੇ ਨਾਲ ਜੇਕਰ ਚੰਗਾ ਸੁਣਿਆ ਜਾਵੇ ਤਾਂ ਇਸ ਕੰਨਾਂ ਦੇ ਨਾਲ ਜੋ ਸੁਣਦੇ ਆ ਉਹ ਸਾਡੇ ਮਨ ਤੱਕ ਪਹੁੰਚਦਾ ਹੈ। ਅੱਖਾਂ ਵੇਖਦੀਆਂ ਨੇ, ਕੰਨ ਸੁਣਦੇ ਨੇ, ਤਾਂ ਜਾ ਕੇ ਗਿਆਨ ਹੈ ਜਿਹੜਾ ਉਹ ਹਿਰਦੇ ਦੇ ਵਿੱਚ ਬੈਠਦਾ ਹੈ। ਇਹ ਦੋ ਦੁਆਰੇ ਮੁੱਖ ਨੇ, ਕੰਨ ਤੇ ਨੇਤਰ। ਜਿਸ ਵਿਅਕਤੀ ਦੇ ਨੇਤਰ ਅਤੇ ਕੰਨ ਇਹ ਸੁੱਚੇ ਨੇ, ਭਾਵ ਸੱਚ ਦੇ ਨਾਲ ਜੁੜੇ ਹੋਏ ਨੇ, ਉਹਦਾ ਹਿਰਦਾ ਸੱਚਾ ਹੈ ਔਰ ਉਹਦੀ ਰਸਨਾ ਵੀ ਸੱਚੀ ਹੋਵੇਗੀ। ਕਿਉਂ? ਜਦੋਂ ਕਦੇ ਗਲਤ ਸੁਣਿਆ ਹੀ ਨਹੀਂ, ਕਦੇ ਗਲਤ ਵੇਖਿਆ ਹੀ ਨਹੀਂ। ਅਸੀਂ ਆਮ ਭਾਸ਼ਾ ਦੇ ਵਿੱਚ ਸੁਣਦੇ ਆ ਨਾ ਕਿ ਜੈਸੀ ਸ੍ਰਿਸ਼ਟੀ ਨਹੀਂ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਇਸ ਲਈ ਜੋ ਸਿੱਖਿਆ ਹੋਵੇਗਾ ਉਹ ਹੀ ਸਾਹਮਣੇ ਆਏਗਾ, ਜੋ ਬੀਜਿਆ ਹੋਵੇਗਾ ਉਹ ਹੀ ਵੱਢਣਾ ਪਵੇਗਾ। ਇਸ ਲਈ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ। ਹੁਣ ਜੇ ਘਰ ਦੇ ਵਿੱਚ ਬਾਪ ਨਸ਼ੇੜੀ ਹੈ, ਹਰ ਰੋਜ਼ ਸ਼ਾਮ ਨੂੰ ਨਸ਼ਾ ਕਰਕੇ ਘਰ ਦੇ ਵਿੱਚ ਆਉਂਦਾ ਹੈ ਤੇ ਛੋਟੇ ਛੋਟੇ ਬੱਚੇ ਵੇਖਦੇ ਨੇ ਨਾ, ਤੇ ਬੱਚਿਆਂ ਦਾ ਸੁਭਾਅ ਹੁੰਦਾ ਹੈ ਉਹ ਜੋ ਵੇਖਣਗੇ ਉਹ ਉਹੀ ਅਪਣਾਉਣਗੇ। ਤੁਸੀਂ ਮੋਬਾਈਲ ਫੋਨ ਚਲਾਓਗੇ ਤੇ ਬੱਚਾ ਵੀ ਮੋਬਾਈਲ ਫੋਨ ਮੰਗੇਗਾ, ਤੁਸੀਂ ਕਿਤਾਬ ਪੜ੍ਹੋਗੇ ਤੇ ਬੱਚਾ ਕਿਤਾਬ ਪੜ੍ਹ ਮੰਗੇਗਾ ਕਿ ਮੈਨੂੰ ਵੀ ਦਿਓ, ਮੈਨੂੰ ਵੀ ਚਾਹੀਦੀ ਹੈ। ਉਹਨੂੰ ਇਹ ਨਹੀਂ ਪਤਾ ਕਿ ਇਹ ਕੀ ਹੈ, ਬਸ ਉਹਨੂੰ ਤੇ ਚਾਹੀਦੀ ਹੈ, ਜੋ ਤੁਹਾਡੇ ਹੱਥ ਵਿੱਚ ਹੈ ਉਹੀ ਬੱਚੇ ਨੂੰ ਚਾਹੀਦਾ ਹੈ। ਹੁਣ ਇਹ ਸਾਡੇ ਉੱਪਰ ਨਿਰਭਰ ਹੈ, ਵੱਡਿਆਂ ਦੇ ਉੱਪਰ, ਕਿ ਅਸੀਂ ਆਪਣੇ ਬੱਚੇ ਨੂੰ ਕੀ ਵਿਖਾਉਣਾ ਹੈ, ਕੀ ਸੰਸਕਾਰ ਦੇਣੇ ਹੈ, ਕੀ ਸਿੱਖਿਆ ਦੇਣੀ ਹੈ। ਜਿੱਥੇ ਬੱਚਾ ਗਲਤ ਹੈ ਉੱਥੇ ਉਹਨੂੰ ਝਿੜਕਣਾ ਵੀ ਜ਼ਰੂਰੀ ਹੈ, ਤਾਂ ਉਹ ਬੁਢਾਪੇ ਵਿੱਚ ਜਾ ਕੇ ਤੁਹਾਨੂੰ ਸੁੱਖ ਦੇਵੇਗਾ। ਪਰ ਭਾਈ ਗੁਰਦਾਸ ਜੀ ਬਾ ਕਮਾਲ ਲਿਖਦੇ ਨੇ ਆਪਣੀਆਂ ਵਾਰਾਂ ਦੇ ਵਿੱਚ, 37ਵੀਂ ਵਾਰ ਦੇ ਵਿੱਚ ਉਹਨਾਂ ਦੀਆਂ 4 ਪੌੜੀਆਂ ਨੇ। ਆਪਾਂ ਉਹਨਾਂ 4 ਪੌੜੀਆਂ ਦੀ ਜਿਹੜੀ ਲਿਖਿਆ ਅੱਜ ਉਹ ਸਰਵਣ ਕਰਨੀ ਹੈ, ਉਹ ਸਾਂਝੀ ਕਰਨੀ ਹੈ। ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਮਾਤਾ ਦੇ ਪਰਥਾਏ, ਮਾਤਾ ਦਾ ਪੁੱਤਰ ਦੇ ਉੱਪਰ ਕੀਤਾ ਹੋਇਆ ਜਿਹੜਾ ਉਪਕਾਰ ਹੈ ਉਹਦੇ ਬਾਰੇ ਭਾਈ ਗੁਰਦਾਸ ਜੀ ਸਾਨੂੰ ਸਮਝਾ ਰਹੇ ਨੇ। ਭਾਈ ਗੁਰਦਾਸ ਜੀ ਕਹਿੰਦੇ ਮਾਤ ਪਿਤਾ ਮਿਲ ਨਿੰਮਿਆ, ਆਸਾਵੰਤੀ ਉਦਰ ਮਝਾਰੇ।
ਕਦੇ ਆਸਾਂ ਵਾਲੀ ਮਾਂ ਦੇ ਉਦਰ ਦੇ ਵਿੱਚ ਕਦੇ ਭਾਵ ਮਾਤਾ ਅਤੇ ਪਿਤਾ ਦੇ ਸੁਮੇਲ ਦੇ ਨਾਲ ਜੋ ਇਸ ਸੰਸਾਰ ਦੀ ਉਤਪਤੀ ਹੁੰਦੀ ਹੈ, ਇਹ ਸੰਸਾਰ ਹੈ ਜਿਹੜਾ ਉਹ ਸੁਮੇਲ ਦੇ ਨਾਲ ਚੱਲ ਰਿਹਾ ਹੈ। ਭਾਈ ਗੁਰਦਾਸ ਕਹਿੰਦੇ ਆਸਾ ਵਾਲੀ ਮਾਤਾ ਦੇ ਉਦਰ ਵਿਖੇ ਪਿਤਾ ਦੇ ਮਿਲਾਪ ਦੇ ਨਾਲ ਨਿਮਿਆ ਹੁੰਦੀ ਹੈ ਤਾਂ ਕਿ ਬੱਚੇ ਨੂੰ ਦੁੱਖ ਨਾ ਪਵੇ। ਰਕਤ ਦਾ ਟਿਕਾਅ ਹੁੰਦਾ ਹੈ, ਰਸ ਕਸ ਖਾਏ ਨਾ ਲੱਜ ਹੋਏ, ਛੋ ਛੋ ਧਰਨ ਪਰ ਧਾਰੇ। ਕਿ ਕਹਿੰਦੇ ਖੱਟਾ ਮਿੱਠਾ ਮਾਂ ਨਹੀਂ ਖਾਂਦੀ, ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਪੇਟ ਦੇ ਵਿੱਚ ਜੋ ਮੇਰਾ ਬੱਚਾ ਹੈ ਉਹ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਾ ਪਹੁੰਚੇ। ਅਨੇਕਾਂ ਤਰ੍ਹਾਂ ਦੇ ਕਸ਼ਟ ਝੱਲਦੀ ਹੈ, ਹੌਲੀ ਹੌਲੀ ਧਰਤੀ ਕੋਲ ਪੈਰ ਬੜੇ ਟਿਕਾ ਕੇ ਰੱਖਦੀ ਹੈ।